ਤਪ ਸਥਾਨ ਦੇ ਪ੍ਰਬੰਧਕ ਕਮੇਟੀ ਦੇ ਜੋ ਮੁੱਖ ਨੇ ਸਤਿਕਾਰਯੋਗ ਡਾਕਟਰ ਕੁਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਦੀ ਯੋਗ ਅਗਵਾਈ ਹੇਠ ਇਹ ਕਾਰ ਸੇਵਾ ਜਿਹੜੀ ਕਿ ਪਿਛਲੇ 2 ਸਾਲ ਤੋਂ ਪ੍ਰਾਰੰਭ ਕੀਤੀ ਗਈ ਸੀ, ਜਿਸ ਦੇ ਵਿੱਚ ਕਮੇਟੀ ਨੇ ਮਿਥਿਆ ਸੀ ਕਿ ਸੰਗਤਾਂ ਦੇ ਸਹਿਯੋਗ ਨਾਲ ਤਪ ਸਥਾਨ 15ਵੀਂ ਸਦੀ ਵਾਲਾ ਇਨੋਵੇਟ ਰੱਖਿਆ ਜਾਵੇ। 1980 ਦੀ ਬਣੀ ਹੋਈ ਸਾਰੀ ਬਿਲਡਿੰਗ ਨੂੰ ਹਟਾ ਕੇ ਨਵੀਂ ਬਿਲਡਿੰਗ ਸੁੰਦਰ ਅਤ ਉੱਚੀ ਬਣਾਈ ਜਾਵੇ। ਸੋ ਇਸ ਕਾਰ ਸੇਵਾ ਦੀ ਲੜੀ ਦੇ ਤਹਿਤ ਇਹ ਮਿਥਿਆ ਗਿਆ ਸੀ ਕਿ ਜਿਹੜਾ ਦਰਵਾਜ਼ਾ ਹੈ, ਮੁੱਖ ਕਿਵਾੜ ਹੈ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਘਰ ਦਾ, ਉਹ 13 ਫੁੱਟ ਉੱਚਾ 8 ਫੁੱਟ ਚੌੜਾ ਚਾਂਦੀ ਦਾ ਬਣਾਇਆ ਜਾਵੇਗਾ, ਜਿਹਦੇ ਵਿੱਚ ਚਾਂਦੀ ਲਗਭਗ 60 ਕਿਲੋ ਦੇ ਕਰੀਬ ਚਾਂਦੀ ਲੱਗਣੀ ਹੈ ਔਰ ਸੁੱਗੇ ਜਿਹਦੇ ਵਿੱਚ ਸੋਨੇ ਦੇ ਲੱਗਣੇ ਹੈ। ਸੋ ਸੰਗਤਾਂ ਨੂੰ ਅਰਦਾਸ ਬੇਨਤੀ ਕੀਤੀ ਸੀ ਕਿ ਭਾਈ 35 ਕਰੋੜ ਦਾ ਪ੍ਰੋਜੈਕਟ ਇੱਟਾਂ, ਸੀਮੈਂਟ, ਬਜਰੀ ਆਦਿ ਜਿਹੜੀ ਹੈ ਉਹ ਤੁਹਾਡੇ ਦਸਵੰਧ ਸਦਕਾ ਹੀ ਇੱਥੇ ਆਉਣੀ ਹੈ। ਜਿਹੜੀ 60 ਕਿਲੋ ਚਾਂਦੀ ਲੱਗਣੀ ਦਰਵਾਜ਼ੇ ਨੂੰ, ਉਹ ਵੀ ਆਪ ਜੀ ਦੇ ਦਸਵੰਧ ਸਦਕਾ ਹੀ ਦਰਵਾਜ਼ਾ ਚਾਂਦੀ ਦਾ ਲੱਗਣਾ। ਸੋ ਅੱਜ ਸਾਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ ਸਰਦਾਰ ਜਗਮੋਹਨ ਸਿੰਘ ਜੀ, ਸਰਦਾਰ ਜਗਮੋਹਨ ਸਿੰਘ ਜੀ ਆਪਣੇ ਪੂਰੇ ਪਰਿਵਾਰ ਦੇ ਨਾਲ ਅੱਜ ਸਾਡੇ ਕੋਲ ਪਹੁੰਚੇ ਨੇ, ਜਿਨ੍ਹਾਂ ਦਾ ਨਗਰ ਲੁਧਿਆਣੇ ਵਿੱਚ ਝਾਬੇਵਾਲ ਹੈ। ਇਹ ਸਰਦਾਰ ਜਗਮੋਹਨ ਸਿੰਘ ਜੀ ਅੱਜ ਤੋਂ 2 ਮਹੀਨੇ ਪਹਿਲਾਂ ਆਏ ਸੀ, ਬੈਠ ਕੇ ਵਿਚਾਰਾਂ ਹੋਈਆਂ। ਬੜੀ ਬਰਾਗੀ ਰੂਹ ਹੈ, ਭਾਵਕ ਰੂਹ ਹੈ, ਗੁਰੂ ਦੇ ਸਥਾਨਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਸੋ ਜਗਮੋਹਨ ਸਿੰਘ ਜੀ ਝਾਬੇਵਾਲ ਤੋਂ ਲੁਧਿਆਣੇ ਤੋਂ ਜਦੋਂ ਆਏ ਸਨ, ਇਹਨਾਂ ਨੇ ਕਿਹਾ ਬਾਬਾ ਜੀ ਸਾਨੂੰ ਸੇਵਾ ਲਾਓ। ਮੈਂ ਕਿਹਾ ਜੀ ਸੇਵਾ ਤਾਂ ਗੁਰੂ ਸਾਹਿਬ ਨੇ ਲਾਣੀ, ਕਮੇਟੀ ਵੱਲੋਂ ਤਾਂ ਹੁਕਮ ਨਹੀਂ ਹੋ ਸਕਦਾ, ਬੇਨਤੀ ਹੋ ਸਕਦੀ, ਹੁਕਮ ਗੁਰੂ ਪਾਤਸ਼ਾਹ ਦਾ ਹੈ। ਸੋ ਅਸੀਂ ਬੇਨਤੀ ਕੀਤੀ ਸੀ ਕਿ ਸਰਦਾਰ ਜਗਮੋਹਨ ਸਿੰਘ ਜੀ ਚਾਂਦੀ ਦਾ ਦਰਵਾਜ਼ਾ ਲੱਗਣਾ, ਆਪ ਜੀ ਜਿੰਨੀ ਸਮਰੱਥਾ ਉਹਨਾਂ ਕਰਿਓ। ਸੋ ਇਹ ਹੁਣ ਬਾਬਾ ਸਾਡੇ ਕੋਲ ਸਰਦਾਰ ਜਗਮੋਹਨ ਸਿੰਘ ਜੀ ਆਏ ਨੇ, 111 ਗ੍ਰਾਮ ਦਾ ਛੱਤਰ ਬਣਾ ਕੇ ਲਿਆਏ ਨੇ। ਆਪਣੀ ਇਹਨਾਂ ਦੀ ਸ਼ਰਧਾ ਸੀ, ਚਲੋ ਇਹ ਕਹਿੰਦੇ ਜਿਵੇਂ ਮਰਜ਼ੀ ਤੁਸੀਂ ਵਰਤ ਲਿਓ। ਸੋ ਸੰਗਤ ਜੀ ਕਹਿਣ ਤੋਂ ਭਾਵ ਗ੍ਰਾਮਾਂ ਦੀ ਗੱਲ ਨਹੀਂ, ਕਿਲੋਆਂ ਦੀ ਵੀ ਗੱਲ ਨਹੀਂ ਇੱਥੇ। ਕੱਲ੍ਹ ਨਾ ਮੈਂ ਆਪ ਜੀ ਨੂੰ ਇੱਕ ਭਾਵਕ 1 ਸੈਕਿੰਡ ਦੀ ਇੱਕ ਵਾਰਤਾ ਸੁਣਾਵਾਂ। ਕੱਲ੍ਹ ਕੌਲ ਪਿੰਡ ਜੀਂਦ ਹਰਿਆਣਾ ਤੋਂ ਸੰਗਤ ਆਈ। 2 ਬੀਬੀਆਂ ਨੇ ਇੱਕੋ ਘਰ ਦੀਆਂ, ਜਿਨ੍ਹਾਂ ਨੇ ਸੋਨੇ ਦੀਆਂ ਮੁਰਕੀਆਂ ਆਪਣੀਆਂ ਇਸ ਬਾਬਤ ਭੇਟ ਕੀਤੀਆਂ ਕਿ ਸਾਡੇ ਗੁਰੂ ਦੇ ਦਰ ਨੂੰ ਸੁੱਗੇ ਸੋਨੇ ਦੇ ਲੱਗ ਰਹੇ ਨੇ। ਸ਼ਰਧਾ ਬਹੁਤ ਹੈ। ਸੋ ਚਾਂਦੀ ਬੜੀ ਭੇਟਾ ਹੋ ਰਹੀ ਹੈ, ਜਿੱਥੋਂ ਅੱਜ ਸੋਨੇ ਦਾ ਛੱਤਰ 111 ਗ੍ਰਾਮ ਚਾਂਦੀ ਦਾ ਜਿਹੜਾ ਪਾਤਰ ਹੈ, ਚਾਂਦੀ ਦੇ ਛੱਤਰ ਜਿਹੜਾ 111 ਗ੍ਰਾਮ ਦਾ ਭਾਈ ਸਾਹਿਬ ਭਾਈ ਜਗਮੋਹਨ ਸਿੰਘ ਜੀ ਝਾਬੇਵਾਲ ਨਗਰ ਤੋਂ ਲੁਧਿਆਣੇ ਤੋਂ ਆਏ ਨੇ। ਧੰਨ ਗੁਰੂ ਰਵਿਦਾਸ ਪਾਤਸ਼ਾਹ ਇਹਨਾਂ ਦੀਆਂ ਮੁਰਾਦਾਂ ਜਾਣਦੇ ਨੇ। ਜਿਸ ਮੁਰਾਦ ਸਦਕਾ ਇਹ ਕਾਰ ਸੇਵਾਵਾਂ ਕੀਤੀਆਂ ਗਈਆਂ ਨੇ, ਪਾਤਸ਼ਾਹ ਕਿਰਪਾ ਕਰਨ, ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ। ਜਿਨ੍ਹਾਂ ਖਜ਼ਾਨਿਆਂ 'ਚੋਂ ਇਹ ਛਤਰ ਲਈ ਮਾਇਆ ਇਹਨਾਂ ਨੇ ਦੇ ਕਰਕੇ ਬਣਾਇਆ ਹੈ, ਪਾਤਸ਼ਾਹ ਖਜ਼ਾਨੇ ਭਰਪੂਰ ਕਰਨ ਔਰ ਸਰਦਾਰ ਸਾਹਿਬ ਨੂੰ ਇਸੇ ਤਰ੍ਹਾਂ ਗੁਰੂ ਘਰਾਂ ਦੇ ਕਾਰ ਸੇਵਾਵਾਂ ਕਰਨ ਲਈ ਉਦਮ ਉਪਰਾਲੇ ਤੰਦਰੁਸਤੀਆਂ ਬਖਸ਼ਿਸ਼ ਕਰਨ। ਸੰਗਤਾਂ ਨੂੰ ਨਿਮਿਤ ਬੇਨਤੀ ਹੈ, ਸੰਗਤ ਜੀ ਅੱਜ ਤਪ ਸਥਾਨ ਵਿਖੇ ਇੱਕ ਲੈਬੋਰਟਰੀ ਜਿਹੜੀ ਹੈ ਸ਼ੁਰੂ ਕੀਤੀ ਗਈ। ਇਹ ਖੂਨ ਜਾਂਚ ਕੇਂਦਰ ਟੈਸਟ, ਜਿੱਥੇ ਬਲੱਡ ਟੈਸਟ ਹੁੰਦੇ ਨੇ, ਇਹ ਲੈਬੋਰਟਰੀ ਸ਼ੁਰੂ ਕੀਤੀ ਗਈ ਹੈ। ਇਹ ਲੈਬੋਰਟਰੀ ਤਪ ਸਥਾਨ ਨੂੰ ਮਨੁੱਖਤਾ ਦੀ ਸੱਚੀ ਸੁੱਚੀ ਸੇਵਾ ਕਰਨ ਵਾਲੇ ਸਰਦਾਰ SP ਸਿੰਘ ਓਬਰਾਏ ਜੀ ਨੇ ਸਰਬੱਤ ਦੇ ਭਲੇ ਹੇਠ ਸੰਨੀ ਓਬਰਾਏ ਕਲੀਨਿਕ ਐਂਡ ਡਾਇਗਨੋਸਟਿਕ ਸੈਂਟਰ ਜਿਹੜਾ ਹੈ ਉਹ ਖਰਾਲਗੜ੍ਹ ਸਾਹਿਬ ਨੂੰ ਦਿੱਤਾ ਹੈ। ਅੱਜ ਉਹ ਕੰਮ ਕਰ ਰਿਹਾ ਹੈ ਔਰ ਥੋੜ੍ਹੇ ਹੀ ਇੱਕ ਡੇਢ ਘੰਟੇ ਤੱਕ ਸਰਦਾਰ SP ਸਿੰਘ ਓਬਰਾਏ ਜੀ ਆਣਗੇ, ਉਦਘਾਟਨ ਵੀ ਕਰਨਗੇ। ਸੋ ਅੱਜ ਇਸ ਲੜੀ ਤਹਿਤ ਸੰਗਤਾਂ ਆਪਣੇ ਬਲੱਡ ਦੀ ਜਾਂਚ ਵੀ ਕਰਵਾ ਰਹੀਆਂ ਨੇ। ਸੋ ਜਿਹੜਾ ਇਹ ਬਲੱਡ ਦੀ ਜਾਂਚ ਹੈ, ਇਹਦੀ ਪਰਚੀ ਫੀਸ ਲੱਗਦੀ 10 ਰੁਪਏ, 20 ਰੁਪਏ, ECG 20 ਰੁਪਏ ਦੀ। ਸੋ ਇਸ ਤਰ੍ਹਾਂ ਅਲੱਗ-ਅਲੱਗ ਛੋਟੇ ਪਰਚੀ ਫੀਸ ਨਾਲ ਵੱਡੇ ਟੈਸਟ ਅਸੀਂ ਕਰਾ ਸਕਦੇ ਹਾਂ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤਪ ਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਸਮੁੱਚੀ ਮਨੁੱਖਤਾ ਦਾ ਸਥਾਨ ਹੈ ਔਰ ਅੱਜ ਇੱਥੇ ਪੂਰੀ ਜਿਹੜੀ ਟੀਮ ਹੈ ਖਰਾਲਗੜ੍ਹ ਸਾਹਿਬ ਦੀ, ਸਾਡੇ ਸਤਿਕਾਰਯੋਗ ਚੇਅਰਮੈਨ ਡਾਕਟਰ ਕੁਲਵੰਤ ਸਿੰਘ ਜੀ, ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ ਜੀ, ਜਿਹੜੇ ਦਿਨ ਰਾਤ ਗੁਰੂ ਘਰ ਲਈ ਸਮਰਪਿਤ ਨੇ, ਦਿਨ ਰਾਤ ਸੇਵਾ ਕਰਦੇ ਨੇ। ਗੁਰੂ ਘਰ ਦੇ ਸਹਾਇਕ ਕੈਸ਼ੀਅਰ ਬਾਬਾ ਸੁਖਦੇਵ ਸਿੰਘ ਜੀ ਔਰ ਗੁਰੂ ਘਰ ਦੇ ਕੀਰਤਨੀ ਬਾਬਾ ਬਲਰਾਮ ਸਿੰਘ ਜੀ ਨਗਰ ਭਵਾਨੀਪੁਰ ਤੋਂ, ਜਿਹੜੇ ਖਰਾਲਗੜ੍ਹ ਸਾਹਿਬ ਦੇ ਕੀਰਤਨੀ ਨੇ, ਜਿਹੜੇ ਦਿਨ ਰਾਤ ਇਹਨਾਂ ਨੇ ਵੀ ਜਦੋਂ ਗੁਰਪੁਰਬ ਦੇ ਕੀਰਤਨ ਦੀਵਾਨ ਕੀਤੇ ਸਨ, ਉਦੋਂ ਸੰਗਤਾਂ ਦੇ ਪਾਸੋਂ 1,67,000 ਰੁਪਏ ਇਕੱਠਾ ਕਰਕੇ ਇਸ ਤਪੋ ਸਥਾਨ ਲਈ ਭੇਟਾ ਕਰਵਾਇਆ ਸੀ। ਸੋ ਮੇਰੇ ਕਹਿਣ ਤੋਂ ਭਾਵ ਜਿੰਨੀਆਂ ਵੀ ਸੰਗਤਾਂ ਇੱਥੇ ਹਾਜ਼ਰ ਨੇ, ਸਰਦਾਰ ਮੱਖਣ ਸਿੰਘ ਜੀ, ਹਰਭਜਨ ਸਿੰਘ ਜੀ ਕੈਸ਼ੀਅਰ, ਸੋ ਕਹਿਣ ਤੋਂ ਭਾਵ ਇਹ ਸਾਰੀ ਜਿਹੜੀ ਟੀਮ ਹੈ ਇਹ ਗੁਰਦੁਆਰਾ ਤਪ ਸਥਾਨ ਲਈ ਤਤਪਰ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਘੱਟ ਸਮੇਂ 'ਚ
ਵੱਡਾ ਜਿਹੜਾ ਪ੍ਰੋਜੈਕਟ ਹੈ ਉਹ ਸੰਪੂਰਨ ਹੋ ਜਾਵੇ। ਸੋ ਅੰਤ ਵਿੱਚ ਧੰਨ ਗੁਰੂ ਰਵਿਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਰਜੋਈਆਂ ਬੇਨਤੀਆਂ। ਪਾਤਸ਼ਾਹ ਜਿਹੜੇ ਆਪ ਜੀ ਦੇ ਘਰ ਦੇ ਸੇਵਾਦਾਰ ਆਪ ਜੀ ਦੇ ਘਰ ਦੀ ਸੇਵਾ ਕਰ ਰਹੇ ਨੇ, ਉਹਨਾਂ ਦੀ ਲੰਬੀ ਉਮਰ ਕਰਿਓ, ਚੜ੍ਹਦੀ ਕਲਾ ਕਰਿਓ, ਹਰ ਮੈਦਾਨੀ ਫਤਿਹ ਬਖਸ਼ ਕਰਿਓ, ਤਾਂ ਕਿ ਤਕੜੇ ਹੋ ਕੇ ਅੱਗੇ ਨੂੰ ਹੋਰ ਵੀ ਜ਼ਿਆਦਾ ਉਹ ਆਪ ਜੀ ਦੇ ਦਰ ਦੀ ਕਾਰ ਸੇਵਾ ਕਰ ਸਕਣ। ਸੋ ਸੇਵਕ ਪਰਿਵਾਰ ਜਗਮੋਹਨ ਸਿੰਘ ਜੀ ਦੇ ਨਾਲ ਆਏ ਸਾਰੇ ਭਾਈ ਸਾਹਿਬ, ਉਹਨਾਂ ਦੇ ਘਰੋਂ ਉਹਨਾਂ ਦੇ ਬੱਚੇ ਜੋ ਵੀ ਨਾਲ ਆਏ ਨੇ, ਉਹਨਾਂ ਦਾ ਧੰਨਵਾਦ ਜੀ ਆਇਆਂ। ਸੋ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਸਰਦਾਰ ਜਗਮੋਹਨ ਸਿੰਘ ਦਾ ਗੁਰੂ ਘਰ ਦੇ ਚੇਅਰਮੈਨ ਸਾਹਿਬ ਡਾਕਟਰ ਭਗਤ ਸਿੰਘ ਜੀ ਵੱਲੋਂ ਧੰਨਵਾਦ, ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे को रखना इधर रास्ता का मेरे अंदर जल्दी जल्दी बन गई है। फर्स्ट फ्लोर ग्राउंड फ्लोर बन गया, पहली मंजिल तक ये बता रह जाएगा, इनमें रह जाएगा। सुखू जी पाले पासे हो गए, कोई पाले पासे पाले आओ जी वाहिगुरु जी तो दया अरदास हमारी जी ऊपर सब तेरा प्रभु नानक सब तेरी बड़ाई कोई नाम न जाने मेरा तीने ताप निवारण हारा दुखंता सुखरास ताको विघ्न को लागे जाकी प्रभु लागे अरदास अरदास इको ओंकार श्री वाहिगुरु जी की फतेह बार श्री भगवती जी की पातशाही दसवीं प्रथम भगवती सिमर के गुरु नानक लई ध्याए रंगत गुरु ते अमरदास रामदास होई सहाय अर्जन हर गोबिंद नो सिमरो श्री हर राय श्री हर कृष्ण जी ध्याइए डिठे साधु जाए तेग बहादुर सिमरिया करना ने दया बताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसा पातशाहियां दी आत्मक जोत धन श्री गुरु ग्रंथ साहिब महाराज जी के पाठ दर्शन दीदार वल ध्यान करके बोलना जी श्री वाहिगुरु गुरां जी के पंज प्यारे चार साहिबजादे 40 मुक्ति हट्टियां जपियां तपियां जिन्हां नाम जपिया वंड छकिया देख चलाई देख भाई देख कैंडट कीता
तिन्हां प्यारिਆਂ सच्चारिਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਕਟਵਾਈ ਖੋਪੀਆਂ ਲਵੰਜਾਂ ਚਰਖੜੀਆਂ ਤੇ ਚੜੀ ਤਾਨਾਰਿਆਂ ਨਾਲ ਚਰਾਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇ ਸਸ ਸੰਗ ਨਿਵਾਹੀ ਤਿਨਾਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰ ਨਿਸ਼ਾਨਾਂ ਵੱਲ ਧਿਆਨ ਕਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਵਿੱਤਰ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਗਾ ਜਹਾਂ ਖਾਲਸਾ ਜੀ ਸਾਹਿਬ तहाँ तहाँ रश्या रियायत देग तेग फतेह बिरद की पैज रहे पंथ की जीत श्री साहिब जी सहाये खालसे जी के बोल वाले बोलना जी श्री बख्शो जी सिखा नु सिखी दान केस दान रहत दान विवेक दान विसा दान भरोसा दान दाना सिद्धा नाम दान श्री अमृतसर साहिब जी के दर्शन इशनान चौकियाँ झंडे बोंगे जुगो जुग अटल धर्म का जयकार बोलना जी श्री सिखा ना मानी मां मत उची मत पद दे राखे आप काल पुरख वाहिगुरू जी अपने पंथ के सदा सहाय दातार जियो श्री ननकाना साहिब और गुरुद्वारे गुरधाम जिन्हां तो पंथ नूं विछोड़िया गया खुले दर्शन दी दात ते सेवा संभालदे दान प्यारे पंथ खालसा जी नूं बख्शो जी। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਸਮੇਂ ਆਪ ਜੀ ਕੇ ਹਾਜ਼ਰ ਨਾਜ਼ਰ ਚਰਨ ਕਮਲਾ ਵਿਖੇ ਅਰਦਾਸ बेनती जोदड़ी है सतगुर सच्चे पातशाह जी लाख खुशियाँ पातशाहियाँ जे सतगुर नदर करे निमखे कर नाम दे मेरा मन तन शीतल होए दे महावाक्या अनुसार सतगुर जी आप जी ने अपनी संगतां नूं खुशियाँ भरे समय बख्शिश कीतियां सतगुर सच्चे पातशाह जी आप जी दे पावन पवित्र तप स्थान श्री खुरालगढ़ साहिब विखे सतगुर सच्चे पातशाह जी आप जी दे दर घर दे सेवादार श्रद्धालु भाई साहब भाई SP सिंह उबराए जी बोलो सतगुर सच्चे पातशाह जी। खून जांच कैंप खोलिया गया सतगुर सच्चे पातशाह जी किरपा करनी जी। अपने बच्चे दे सिर ते मेहर भरिया रखना चढ़दी कला रखनी सतगुर सच्चे पातशाह जी। इस तरह मनुखता की सेवा करन दे बल बख्शिश करने सतगुर सच्चे पातशाह जी। भाई साहब भाई SP सिंह उबराए जी दे सिर ते मेहर भरिया रखना जी। देह शरीर तो रोगता बख्शनी देसां प्रदेशां दे विच अंग संग हो के सहायता करनी सतगुर सच्चे पातशाह जी। बच्चों ने मनोकामना पूरियां करनियां जी। चढ़दी कला रखनी सतगुर सच्चे पातशाह जी। मेहर बरहत रखना दुखा कलेसां दा नाश करना जी। आईयां संगतां दी हारियां दर ते प्रवान करनियां जो भी माई भाई तिल फुल के ढावां लैके आए प्रवान करनियां जी। कदम कदम लेखे विच लाउणा मेहर भरिया हथ रखना सतगुर सच्चे पातशाह जी। सही प्यारे मिलने जिन्हां मिलिया आप जी का पवित्र नाम चितावै गुरु नानक नाम सतगुरु दास नाम चढ़दी कला तेरे भाणे सबद वाहिगुरू जी का खालसा बोले सो निरभै सतगुरु दास महाराज की बोले सो निहाल सत श्री अकाल। वाहिगुरू जी का खालसा वाहिगुरू जी की फतेह। ਜੱਡੀ ਸਾਹਿਬ ਆ ਰਹੇ ਆ ਨਾ ਬੜਾ ਨੇੜੇ ਨਾ ਦੇ ਨਾਲ ਲੱਗੇ ਹੋਏ ਆ ਕਿ ਕਿਦਾਂ ਕਿਦਾਂ ਖੁੱਲ ਜਾਵੇ ਇਹ ਸਭ ਕਰਨਾ ਜੱਡੀ ਸਾਹਿਬ ਦਾ ਕਰਨਾ ਸਾਨੂੰ ਤਾਂ ਲੋਕਲ ਇਹ ਬੈਠੇ ਆ ਗਿੱਲ ਸਾਹਿਬ ਹੈ ਜਿਹੜੇ ਪਟਿਆਲੇ ਫਿਕਰਮੰਦ ਹੈ ਹਰ ਇੱਕ ਚੀਜ਼ ਬਾਰੇ ਕੱਲੀ ਕੱਲੀ ਗੱਲ ਬਰੀਕੀ ਨਾਲ ਦੇਖ ਰਹੇ ਤੁਹਾਨੂੰ ਮੁਬਾਰਕ ਹੈ ਤੁਹਾਡੀ ਟੀਮ ਬੜੀ ਹੀਰੇ ਵਰਗੀ ਕੱਲੀ ਕੱਲੀ ਚੀਜ਼ ਬਰੀਕੀ ਨਾਲ ਜਾਣਦੇ ਕਿਆ ਹੋ ਗਿਆ ਆ ਹੋ ਗਿਆ ਬਹੁਤ ਤੁਹਾਡੀ ਟੀਮ ਤੁਹਾਡੀ ਕਾਬਲ ਹੈ ਬੈਸਟ ਟੀਮ। ਥੈਂਕ ਯੂ ਜੈਸ ਹੋ ਗਿਆ ਜੀ ਠੀਕ
ਜਿਹੜੇ ਹੋਰ ਆਪਣੇ ਸਾਥੀ ਰਹਿ ਰਹੇ ਇੱਕ ਸਲੋਪਾ ਕੁੜੀ ਦੇਣਾ ਆਜਾ ਬਸ ਲਿਆ ਸਲੋਪਾ ਲਿਆ ਆਜਾ ਪੈਸਾ चलो कोई बहुत एक मिनट ले चेन ले आगे चले इधर ले सुधीर ले चेन ले बाहर आ जाओ इधर आ जाओ अगेन खोल जाओ केरा खोलो सारे खोल जाओ थोड़ा खोल जाओ प्लीज थोड़ा और खोलो फोटो में क्लिक कर लो हमारी वीडियो बनाएंगे गल साहब आओ जी गल साहब आओ जी कहते जाओ गल साहब वाइस का नाम जाओ जी देओ जी अब जी गल साहब आओ जी फोटो क्लिक कर दो जी मेरी करे क्लिक फोटो बैसा आओ जी एक मिनट जी बैसा आ जाओ एक मिनट सर एक मिनट फोन कर दी ओके ओके फोटो में क्लिक करना है आ जाओ और ले आओ जी आओ जी आप आओ दे दो जी बस चलो भाई सारे क्या बाबा यार बच गया
एक मिनट रोक लो। हो गया जी। सर इधर आ जाओ, सर इधर आ जाओ, सर आ जाओ, इतने आ जाओ, अंदर जाओ चलो जी मीडिया पर्सन ਨੂੰ ਬੇਨਤੀ ਹੈ ਜੀ ਤੁਸੀਂ ਦੂਸਰੇ ਪਾਸੇ ਚੱਲ ਜਾਓ ਜਿੱਧਰ ਕੱਟ ਲਓ उधर चले जाओ, उधर चले ਦੂਸਰੇ ਪਾਸੇ चलो ले लो नहीं इदा नहीं एक मिनट कोई गल नहीं डॉक्टर साहब गिल साहब कैंची दे दो मैडम खड़े हो आप फड़ कैंची रख बिच और बिच रख लो आओ सर देख मड़े मड़े बाबा जी आ जाओ तुसी अंदर हुन भाई आ जाओ अंदर कॉर्नर पे चल जाओ मैडम पीछे चल जाओ थोड़ा थोड़ा पीछे चल जाने थोड़ा पीछे हो जाओ और पीछे जो कैंची कैंची के एक मिनट सर एक मिनट थोड़ा पीछे हो जाते आई सर चलो जी इधर रखे भाई तुझे अपना सिर तो सुरा पता ही और ऐसा आज अपने हाथों अपने टेक्नीशियन को सुरपा दे दो हाँ अटक लो सर जाओ आ देख लो आज मुझे इधर आ आ जाओ जी ठीक है थोड़ा लाते हैं
एक मिनट ओके सर थैंक यू आओ जी बस एक बार सर हाथ ला शुरू करते हैं थोड़ा पीछे हो बेटा दूजे रजिस्टर जो तक चढ़ाने ਸਰ ਉਹ ਉਹਨਾਂ ਮਸ਼ੀਨ ਨੂੰ ਹੱਥ ਲਾ ਲਈ ਗਿਲ ਸਾਹਿਬ ਉਹ ਇਸ ਸਾਈਡ ਆ ਜੀ ना ना थोड़ा मशीन में हाँ जी सर करा देखना जब तुझे ठीक है नहीं तुझे कुछ होता पर्सन का रिक्स पर्सन फिर उसके बाद हाँ जी कोई भी नहीं मेरे साथ में अदरवाइज भी इतने संडे को कितना कनेक्शन बहुत ज़्यादा संडे वर्किंग लगती है ना छुट्टी अब सर ये थोड़ा सा बच्चों करके है इसमें देखता हूँ मैंने तुझे मिला के तुझे संडे वाली ये देखना हाँ जी हाँ वो सर कैंप लगी ਹੋਰ ਦਿਨ ਦੇ ਦਿਓ ਟਿਊਜ਼ਡੇ ਦੇ ਦਿਓ ਵੈਡਨਸਡੇ ਦੀ ਛੁੱਟੀ ਦੇ ਦਿਓ वो दवांगे बंद नहीं करने पे एक बंदा दूजा है चाहे मैं गढ़ संचालन पे जन संडे मध्य आ गया है ਸੰਡੇ ਸੰਡੇ ਜ਼ਰੂਰ ਕਰੋ बाकी चल रही है सारी इन एडिशन टू दिस एक और जिप आ जाए ना वो संडे वाले दिन वो सर थोड़ा बर्डन भी घट जाएगा शी विल फील नहीं वैसे भी कल ही रहना तो नहीं आना हाँ ठीक है सर संडे लिए स्पेशल कैंप बनो काफ़ी मिल रहे थे मंगाई में एक बारी रख के जाना जे काम ना हो कटना बहुत औखा है ਸਾਨੂੰ ਪਤਾ ਕਿੰਨਾ ਜਿੰਨਾ ਖੜਨਾ ਕਿ ਨੌਕਰੀ ਖੋਣੀ ਕਿੰਨੀ ਔਖੀ ਹੁੰਦੀ ਜੀ ਹੈ ਜੀ ਮੁਸ਼ਕਲ ਹੋ ਜਾਊ ਜੇ ਹੁਣ ਜਵਾਨ ਤੁਹਾਨੂੰ ਅੰਦਾਜ਼ਾ ਵੀ 80 ਰੁਪਏ ਸਾਰੇ ਦਿਨ ਚ ਕਮਾ ਕੇ ਇੱਕ ਲੈਬੋਰਟਰੀ ਵਾਲਾ ਕਰ ਰਿਹਾ ਤੇ ਮੈਂ 2000 ਰੱਖਦੇ ਹਾਂ ਉਹ ਕਿੱਥੋਂ ਕਰਨਗੇ ਤੇ ਇਸ ਕਰਕੇ ਅਸੀਂ ਪਹਿਲਾਂ ਦੇਖਦੇ ਹਾਂ ਕੱਢਣਾ ਔਖਾ ਤੇ ਇੱਕ ਰੱਖਾਂਗੇ ਇਸ ਤੋਂ ਹੁਣ ਇਹਨਾਂ ਦਾ ਅਸੀਂ ਪ੍ਰੋਵੀਡੈਂਟ ਫੰਡ ਪਹਿਲੇ ਦਿਨ ਕੱਟਣ ਸ਼ੁਰੂ ਕਰ ਦੇਣਾ ਇੱਕ ਜਿਹੜਾ ਹੈਗਾ ਇਸ ਵਾਰ ESI ਇਹਨਾਂ ਦੇ ਕਾਰਡ ਬਣਦੇ ਨੇ ਫੈਮਿਲੀ ਦੇ ਸਾਰੇ ਡਿਪੈਂਡੈਂਟ ਦੇ ਜਿਹੜੇ ਲੜਕੀਆਂ ਬੱਚਾ ਹੁਣ ਮਟਰਨਿਟੀ ਲੀਵ ਨੂੰ ਸਾਰੀ ਪੂਰੀ ਮਿਲਣੀ ਹੈ ਸਾਡੀ 9 ਮਹੀਨੇ ਤੋਂ ਬਾਅਦ ਸਾਰੇ ਹੋ ਜਾਣੇ ਸਾਰਾ ਮਤਲਬ ਟਰਸਟ ਵੱਲੋਂ ਇਹ ਹੈ ਕਿ ਮੁਲਾਜ਼ਮਾਂ ਦਾ ਪੂਰੀਆਂ ਕੋਈ ਕਿਤੇ ਨਹੀਂ ਕੱਟਦਾ ਸਰਕਾਰੀ ਵਾਲੀਆਂ मुलाजिम नहीं सरकारी ਮੁਲਾਜ਼ਮ ਜਿਹੜੇ ਅਸੀਂ ਸਾਰੇ ਵੀ ਕਿਤੇ ਕਰਦੇ ਹਾਂ ਇਹਨਾਂ ਨੂੰ ਸਾਰਾ ਦਿੱਤਾ ਗਈਆਂ ਛੁੱਟੀਆਂ ਦੇਖੋ ਇਹਨੂੰ ਸੰਡੇ ਆਫ ਕਰਿਆ ਹੋਇਆ ਇੱਕ ਛੁੱਟੀ ਹੋਰ ਦਿੰਦੇ ਆ ਉਸ ਤੋਂ ਬਾਅਦ 5 ਛੁੱਟੀਆਂ ਹੋਰ ਨੇ 26 ਜਨਵਰੀ 15 ਅਗਸਤ 2 ਅਕਤੂਬਰ ਦੀਵਾਲੀ ਗੁਰੂ ਨਾਨਕ ਦੇਵ ਦੀ 5 ਛੁੱਟੀਆਂ ਹੋਰ ਨੇ 5 ਹੋਰ ਨੇ ਇਹਨਾਂ ਨੂੰ ਠੀਕ ਹੈ ਨਹੀਂ ਇਸ ਕਰਕੇ ਕੋਈ ਨਹੀਂ ਹੈ ਤੇ ਟਾਈਮ ਵੀ ਇਹਨਾਂ ਦਾ ਜਿਸ ਤਰ੍ਹਾਂ ਰੱਖਿਆ 8 ਤੋਂ 4:30 ਹੁਣ ਸਵੇਰੇ ਤੇ ਆ ਰਹੇ ਕਹਿੰਦੇ 7 ਵਜੇ ਖੁੱਲਦੇ ਹੋ ਜਿੱਥੇ ਰੋਜ਼ ਆ ਰਹੇ ਫਿਰ ਅਸੀਂ ਦੇਖਣ ਨੂੰ ਲੱਗੇ ਸਿਰਫ ਫਾਸਟਿੰਗ ਵਾਲੇ ਨੇ ਕਰਾਣੀ ਹੈ 2 ਮਰੀਜ਼ਾਂ ਕਰਕੇ ਇਹਨਾਂ ਨੇ ਵੀ ਤਾਂ ਮੁਲਾਜ਼ਮ ਨੂੰ ਕੋਈ ਨਹੀਂ ਦੇਖਦਾ ਇਹਨਾਂ ਨੇ ਤਾਂ ਆਪਣੇ ਬੱਚੇ ਪੜ੍ਹ ਲੈਂਦੇ ਜੀ बाकी तो करके नहीं वो नहीं है कोई सब होगा ਸਰ ਅੱਜ ਜਿਹੜੀ ਲੈਬੋਰਟਰੀ ਖੁੱਲੀ ਗਈ ਆ ਉਹਦੇ ਬਾਰੇ ਸੰਗਤਾਂ ਨੂੰ ਦੱਸਿਓ ਸਰਵੇ ਦੇ ਪਹਿਲਾਂ ਚੈਰੀਟੇਬਲ ਟਰਸਟ ਤੋਂ ਜਿਹੜੀ ਸਕੀਮ ਸਾਡੀ ਚੱਲ ਰਹੀ ਸੀ ਲੈਬੋਰਟਰੀਆਂ ਖੋਲ੍ਹਣ ਦੀ ਜਿੱਥੇ ਕਿ ਪਹਿਲਾਂ 50 ਲੈਬੋਰਟਰੀਆਂ ਖੋਲ੍ਹਣੀਆਂ ਸੀ ਬਾਅਦ 'ਚ ਟੀਚਾ ਵਧਾ ਕੇ 100 ਲੈਬੋਰਟਰੀਆਂ ਕਰ ਦਿੱਤਾ ਗਿਆ 3-4 ਮਹੀਨੇ ਪਹਿਲਾਂ ਅਸੀਂ ਇੱਥੇ ਵੀ ਆਏ ਸੀ ਇੱਥੇ ਵੀ ਮਹਿਸੂਸ ਕੀਤਾ ਗਿਆ ਕਿ ਲੈਬੋਰਟਰੀ ਖੋਲ੍ਹੀ ਜਾਏ ਸੋ ਅੱਜ ਸੰਤ ਰਵਿਦਾਸ ਜੀ ਦਾ ਜਿਹਨਾਂ ਦਾ ਤਪ ਸਥਾਨ ਹੈ ਇਹ ਰਾਲਗੜ੍ਹ ਸੋ ਇੱਥੇ ਅੱਜ ਲੈਬੋਰਟਰੀ ਜਿਹੜੀ ਖੋਲ੍ਹ ਦਿੱਤੀ ਗਈ ਹੈ ਜਦੋਂ ਮੈਂ ਪਿਛਲੇ ਰਿਹਾ ਸੀ ਤਾਂ ਮੈਂ ਇਹ ਵੀ ਕਿਹਾ ਸੀ ਕਿ ਇੱਥੇ ਐਂਬੂਲੈਂਸ ਦੀ ਵੀ ਲੋੜ ਹੈ ਸੋ ਅਸੀਂ ਬਹੁਤ ਜਲਦੀ ਜਿਹੜੀ ਐਂਬੂਲੈਂਸ ਤਿਆਰ ਹੋ ਚੁੱਕੀ ਹੈ ਇੱਕ ਐਂਬੂਲੈਂਸ ਨਾਲ ਦੇ ਰਹੇ ਹਾਂ ਤਾਂ ਜੋ ਜਿਹੜੀ ਪਬਲਿਕ ਦੀ ਸੇਵਾ ਕਰ ਸਕਣ ਲੋਕ ਕਾਫੀ ਪਿੰਡ ਪੈਂਦੇ ਲਾ ਕੇ ਸਕੇ ਅੱਜ ਜਿਹੜੀ ਪਬਲਿਕ ਨੂੰ ਸਕੱਤਰ ਹੋ ਗਈ ਹੈ ਤਕਰੀਬਨ ਅੱਜ ਦੇ ਵਿੱਚ ਤਕਰੀਬਨ 66 ਦੇ ਕਰੀਬ ਜਿਹੜੇ ਟੈਸਟ ਹੋ ਚੁੱਕੇ ਨੇ ਸਟਾਫ ਸਾਰਾ ਰੱਖ ਦਿੱਤਾ ਗਿਆ ਬਹੁਤ ਸਸਤੇ ਰੇਟਾਂ 'ਤੇ ਹੈ ਤੁਸੀਂ ਕੰਪੇਅਰ ਕਰੋਗੇ ਮਾਰਕੀਟ ਨਾਲ ਰੇਟ ਲਿਸਟ ਲੱਗੀ ਹੋਈ ਹੈ ਤੇ ਅਸੀਂ 10-11% ਦਾ ਸਾਰਾ ਕੰਮ ਕਰ ਰਹੇ ਹਾਂ ਇਸੀ ਦੀ ਬਾਤ
150 200 250 रुपए होंगी है, तो तुहानूं 20 रुपए सारी ईजी हो रही है। कुछ टैसट जिहड़े असीं बिल्कुल फ्री रखे हुए हैं, बाकी जिहड़े टैसट है कोई 5 रुपये है, कोई 10 रुपये, कोई 20 रुपये, कोई 30 रुपये, इस तरीके नाल। ते जिहड़ा साडा एक पैकेज बनिया होया पूरा वो 320 रुपये दे विच सारा साढ़े 16-17 उच टैसट आ जाते हैं सारे। सो वो पैकेज जिहड़ा दे रहे हैं, जिहड़ा कि मार्केट में 3500 का है। सो इस तरीके नाल असीं कोशिश की है कि जिन्ना भी पैसा असीं जिद्दां गुरुद्वारिਆਂ ਵਿੱਚ ਲੈਬੋਰਟਰੀਜ਼ ਖੋਲ੍ਹੀ ਦੀਆਂ ਨੇ, ਧਰਮਸ਼ਾਲਾ 'ਚ ਖੋਲ੍ਹ ਦਿੰਦੇ ਹਾਂ, ਮੰਦਰਾਂ 'ਚ ਖੋਲ੍ਹ ਦਿੰਦੇ ਹਾਂ, ਉਹਦਾ ਇਹ ਫਾਇਦਾ ਹੁੰਦਾ ਕਿ ਸਾਡਾ ਕਿਰਾਇਆ ਬਚ ਜਾਂਦਾ ਹੈ, ਬਿਜਲੀ ਦਾ ਬਿੱਲ ਬਚ ਜਾਂਦਾ ਹੈ। ਉਹ ਜਿਹੜੇ ਪੈਸੇ ਸਾਡੀ ਸੇਵਿੰਗ ਹੁੰਦੀ ਆ ਉਹਦੇ ਨਾਲ ਅਸੀਂ ਉਹਨੇ ਰੇਟ ਹੋਰ ਘਟਾ ਦਿੰਦੇ ਹਾਂ ਕਿ ਤਾਂ ਜੋ ਇਹ ਜਿਹੜਾ ਪੈਸਾ ਅਸੀਂ ਬਚਾ ਰਹੇ ਹਾਂ, ਸੋ ਇਹ ਸਾਡਾ ਜਿਹੜਾ ਕੋਈ ਵੀ ਪੇਸ਼ੈਂਟ ਹੈ ਜਿਹੜਾ ਵੀ ਨਹੀਂ ਖਰਚ ਸਕਦਾ, ਸੋ ਉਹਦੇ ਜ਼ਰੂਰਤ ਵਿੱਚ ਆਉਂਦੇ ਉਹਦੇ। ਡਾਕਟਰ ਸਾਹਿਬ ਹੋਰ ਕਿੰਨੀਆਂ ਲੈਬੋਰਟਰੀਆਂ ਜਿਹੜੀਆਂ ਨੇ ਖੋਲ੍ਹੀਆਂ ਜਾਣਗੀਆਂ? ਪਹਿਲਾਂ 50 ਦਾ ਸੀਗਾ ਟੀਚਾ, ਹੁਣ ਸਾਡੀ 60 ਦੇ ਕਰੀਬ ਹੋ ਗਈਆਂ ਨੇ। 10 ਲੈਬੋਰਟਰੀਆਂ ਸਾਡੀਆਂ ਜਿਹੜੀਆਂ ਇਹਨਾਂ ਦਿਨਾਂ ਵਿੱਚ ਹੁਣ ਖੁੱਲ੍ਹ ਜਾਣੀਆਂ ਹੈਗੀਆਂ ਨੇ। ਜਿੱਦਾਂ ਅੱਜ ਹੁਣ ਅਸੀਂ ਇੱਥੇ ਪਹਿਲਾਂ ਕਾਲਗੜ੍ਹ ਸ਼੍ਰੀ ਕਾਲਗੜ੍ਹ ਹੋ ਗਈ ਹੈ, ਇਸ ਤੋਂ ਬਾਅਦ ਗੜ੍ਹਸ਼ੰਕਰ ਜਾ ਰਹੇ, ਸੋ ਇੱਕ ਅੱਜ ਗੜ੍ਹਸ਼ੰਕਰ ਖੁੱਲ੍ਹ ਜਾਏਗੀ, ਮਾਲਪੁਰ ਪਹਿਲਾਂ ਚੱਲ ਰਹੀ ਹੈ, ਹੁਸ਼ਿਆਰਪੁਰ ਚੱਲ ਰਹੀ ਹੈ, ਟਾਂਡੇ ਖੁੱਲ੍ਹਣ ਜਾ ਰਹੀ ਹੈ, ਸੋ ਰਾਮਪੁਰ ਖੇੜੇ ਖੁੱਲ੍ਹਣ ਜਾ ਰਹੀ ਹੈ। ਇਸ ਤਰੀਕੇ ਨਾਲ ਸਾਡੇ ਆਉਣ ਵਾਲੇ 10 ਦਿਨਾਂ ਦੇ ਵਿੱਚ 10-12 ਲੈਬੋਰਟਰੀ ਜਿਹੜੀਆਂ ਹੋਰ ਖੁੱਲ੍ਹ ਰਹੀਆਂ ਨੇ। 31 ਦਸੰਬਰ ਤੱਕ ਸਾਡਾ ਟੀਚਾ ਹੈ ਕਿ ਅਸੀਂ ਜਿਹੜੀ 100 ਲੈਬੋਰਟਰੀਜ਼ ਅਸੀਂ ਪੂਰੀਆਂ ਕਰ ਦਾਂਗੇ। ਜਦੋਂ ਲੈਬੋਰਟਰੀਜ਼ ਪੂਰੀਆਂ ਹੋ ਜਾਂਦੀਆਂ ਫਿਰ ਅਗਲਾ ਸਾਡਾ ਸਟੈਪ ਜਿਹੜਾ ਪਹਿਲਾਂ ਵੀ ਦੱਸਿਆ ਸੀ ਮੈਂ ਕਿ ਫਿਰ ਉਹ ਸਾਡੇ ਮੈਡੀਕਲ ਸਟੋਰ ਜਿਹੜੇ ਆ ਉਹ ਖੁੱਲ੍ਹਣੇ ਨੇ, ਜਿੱਥੇ ਸਾਡੀ ਲੈਬੋਰਟਰੀਆਂ ਖੁੱਲ੍ਹੀਆਂ ਨੇ। ਉਸੇ ਤਰ੍ਹਾਂ ਸਸਤੀਆਂ ਦਵਾਈਆਂ ਜਿਹੜੀਆਂ ਉਹੀ 10-12% ਵੈਲਿਊ ਦੇ ਉੱਤੇ, ਸੋ ਉਹ ਅਸੀਂ ਦਵਾਈਆਂ ਵੀ ਜਿਹੜੀਆਂ ਸਾਰਿਆਂ ਨੂੰ ਪ੍ਰੋਵਾਈਡ ਕਰਾਂਗੇ। ਸਰ ਇਹਦੀ ਕੋਈ ਗਿਣਤੀ ਹੈ ਕਿ ਤੁਸੀਂ ਮੈਕਸਿਮਮ ਜਿਹੜੀ ਆ ਕੀ ਮੈਪ ਲੈ ਕੇ ਚੱਲੋਗੇ ਪੰਜਾਬ ਦੇ ਵਿੱਚ? ਤੁਸੀਂ ਗਿਣਤੀ ਦੇ ਹਿਸਾਬ ਨਾਲ ਖੋਲ੍ਹੋਗੇ ਜਾਂ ਜਿੱਥੇ ਜ਼ਰੂਰਤ ਹੋਗੀ? ਨਹੀਂ ਦੇਖੋ, ਪਹਿਲਾਂ 50 ਲਈਆਂ ਸੀ, 50 ਖੁੱਲ੍ਹ ਚੁੱਕੀਆਂ, ਲੇਕਿਨ ਅਜੇ ਵੀ ਸਾਡੀ ਜਿਹੜੀ ਨਾ ਅਸੀਂ ਪੂਰਾ ਕਵਰ ਨਹੀਂ ਕਰ ਸਕੇ। ਫਿਰ ਅਸੀਂ ਉਹਨੂੰ ਕਵਰ ਕੀਤਾ। ਹੁਣ ਤਕਰੀਬਨ ਸਾਡਾ ਪੰਜਾਬ ਦਾ ਸਾਰਾ ਸਰ ਗਿਆ। ਇਹ ਤੋਂ ਬਾਅਦ ਹਰਿਆਣਾ ਸ਼ੁਰੂ ਕੀਤਾ ਹੋਇਆ, ਰਾਜਸਥਾਨ ਦਾ ਕੁਝ ਹਿੱਸਾ ਅਸੀਂ ਆਲਰੇਡੀ ਲਗਾ ਚੁੱਕੇ ਹਾਂ, ਹਿਮਾਚਲ 'ਚ ਲੱਗ ਰਹੀਆਂ ਨੇ। ਹੁਣ ਸਾਡੀ ਜੰਮੂ ਖੁੱਲ੍ਹਣ ਜਾ ਰਹੀ ਹੈ, ਕਸ਼ਮੀਰ 'ਚ ਖੁੱਲ੍ਹਣ ਜਾ ਰਹੀ ਹੈ, ਪਠਾਨਕੋਟ ਖੁੱਲ੍ਹਣ ਜਾ ਰਹੀ ਹੈ। ਸੋ ਕਾਫੀ ਲੈਬੋਰਟਰੀਆਂ ਸਾਡੀਆਂ 31 ਦਸੰਬਰ ਤੱਕ 100 ਖੁੱਲ੍ਹ ਜਾਏਗੀ। ਉਸ ਤੋਂ ਬਾਅਦ ਦੇਖਾਂਗੇ ਅਗਰ ਲੋੜ ਹੋਈ ਤਾਂ, ਕਿਉਂਕਿ ਜਿਹੜੀਆਂ ਇਹ 4-5 ਸਟੇਟਾਂ ਅਸੀਂ ਹੁਣ ਕਵਰ ਕੀਤੀਆਂ। ਚੰਡੀਗੜ੍ਹ ਸਾਡੀ ਜਿਹੜੀ ਆ 2-3 ਦਿਨ ਤੱਕ ਚੰਡੀਗੜ੍ਹ ਵੀ ਲਤਵੰਤੀ ਦਾ ਗੁਰਦੁਆਰਾ ਉੱਥੇ ਖੁੱਲ੍ਹਣ ਜਾ ਰਹੀ ਹੈ। ਸੋ ਅਗਰ ਲੋੜ ਸਮਝਾਂਗੇ ਤਾਂ ਅਸੀਂ 50 ਹੋਰ ਖੋਲ੍ਹ ਦੇਵਾਂਗੇ। ਸੋ ਇਹ ਸਿਲਸਿਲਾ ਬੰਦ ਨਹੀਂ ਹੋਣਾ। ਮਤਲਬ ਸਾਡਾ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਜਿੰਨੇ ਵੀ ਸਾਡੇ ਲੋਕ ਨੇ ਜਿਹੜੇ ਕਿ ਟੈਸਟ ਨਹੀਂ ਕਰਾ ਸਕਦੇ, ਸੋ ਉਹਨਾਂ ਨੂੰ ਜਿਹੜੀ ਫੈਸਿਲਿਟੀ ਦਿੱਤੀ ਜਾਵੇ। ਸਰ ਇਹਦੇ ਨਾਲ ਕਿ 20-25 ਕਿਲੋਮੀਟਰ ਦੇ ਏਰੀਏ ਵਿੱਚ ਇਹ ਜਿਹੜੀ ਲੈਬੋਰਟਰੀ ਖੁੱਲ੍ਹਣੀ ਚਾਹੀਦੀ ਹੈ ਤਾਂ ਜੋ ਲੋਕ ਫਾਇਦਾ ਉਠਾ ਸਕਣ। ਜਿੱਦਾਂ ਅਸੀਂ ਪਹਿਲਾਂ ਡਾਇਲਸਿਸ ਸੈਂਟਰ ਖੋਲ੍ਹਣੇ ਸ਼ੁਰੂ ਕੀਤੇ ਸੀ, ਡਾਇਲਸਿਸ ਯੂਨਿਟ ਦਿੱਤੇ, ਉਹ ਵੀ ਸਾਡਾ ਟੀਚਾ ਸੀ ਕਿ ਅਸੀਂ 25 ਕਿਲੋਮੀਟਰ ਤੋਂ ਬਾਹਰ ਇਸ ਪੇਸ਼ੈਂਟ ਨੂੰ ਨਾ ਜਾਣਾ ਪਵੇ ਡਾਇਲਸਿਸ ਕਰਨ ਲਈ। ਉਹ ਵੀ ਸਾਡਾ ਪੰਜਾਬ 'ਚ ਪੂਰਾ ਹੋ ਚੁੱਕਾ ਹੈ। ਤਕਰੀਬਨ 125 ਤੋਂ ਉੱਤੇ ਜਿਹੜੇ ਯੂਨਿਟ ਸਾਡੇ ਪੰਜਾਬ 'ਚ ਲੱਗੇ ਹੋਏ ਹੈ, ਹਿਮਾਚਲ 'ਚ ਲੱਗੇ ਆ, ਹਰਿਆਣਾ 'ਚ ਲੱਗੇ ਹੋਏ, 240 ਦੇ ਕਰੀਬ ਅਸੀਂ ਯੂਨਿਟ ਜਿਹੜੇ ਲਗਾ ਚੁੱਕੇ, ਜਿੱਥੇ ਕਿ ਬਹੁਤ ਸਸਤਾ ਇਲਾਜ ਹੋ ਰਿਹਾ, ਬਹੁਤ ਅੱਛਾ ਡਾਇਲਸਿਸ। ਅੱਜ ਹੁਣ ਅਸੀਂ ਇੱਕ ਸਾਡਾ ਸੈਂਟਰ ਖੋਲ੍ਹਣ ਜਾ ਰਹੇ ਹਾਂ ਉੱਧਰ ਪਟਨਾ ਸਾਹਿਬ ਖੋਲ੍ਹਣ ਜਾ ਰਹੇ ਹਾਂ, ਉੱਥੇ ਲੈਬੋਰਟਰੀ ਆਲਰੇਡੀ ਖੁੱਲ੍ਹੀ ਹੋਈ ਹੈ। ਉੱਥੇ ਜਿਹੜਾ ਸਾਡਾ ਡਾਇਲਸਿਸ ਸੈਂਟਰ, ਕਿਉਂਕਿ ਗਰੀਬੀ ਪੰਜਾਬ ਨਾਲੋਂ ਵੀ ਜ਼ਿਆਦਾ ਉੱਥੇ ਬਿਹਾਰ ਦੇ ਵਿੱਚ, ਸੋ ਉੱਥੇ ਸਿਰਫ ਅਸੀਂ 250 ਰੁਪਏ ਰੱਖਿਆ ਕਿ ਜਿਹੜਾ ਇੱਕ ਡਾਇਲਸਿਸ ਹੋਏਗਾ ਸਿਰਫ 250 ਰੁਪਏ 'ਚ ਹੋਏਗਾ। ਇਸ ਤਰੀਕੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਜਾਰੀ ਹੈ, ਸਾਰੀਆਂ ਚੱਲੀ ਜਾ ਰਹੀਆਂ। ਸਰ ਜਿਹੜੀ ਪ੍ਰਾਈਵੇਟ ਲੈਬੋਰਟਰੀਜ਼ ਸੀਗੀਆਂ ਉਹਨਾਂ ਨੂੰ ਡੈਂਟ ਨਹੀਂ ਪਹੁੰਚ ਰਿਹਾ ਤੁਹਾਡੀ ਲੈਬੋਰਟਰੀਜ਼ ਖੋਲ੍ਹਣ ਨਾਲ? ਪਹੁੰਚਦਾ ਹੋਏਗਾ, ਠੀਕ ਹੈ। ਜਦੋਂ ਜਿੱਥੇ ਉਹਦਾ ਇਹ ਹੋ ਰਿਹਾ, ਅਸਰ ਇਹ ਹੋਇਆ ਕਿ ਜਿੱਦਾਂ ਅਸੀਂ ਡਾਇਲਸਿਸ ਸੈਂਟਰ ਖੋਲ੍ਹੇ ਸੀ, ਪਹਿਲਾਂ ਇੱਕ ਡਾਇਲਸਿਸ ਜਿਹੜਾ ਸੀ 300, 3000, 3500 ਤੇ ਹੁੰਦਾ ਸੀ। ਜਿਸ ਲਈ ਸਾਡੇ 400, 450 ਹੋਣੇ ਸ਼ੁਰੂ ਹੋ ਗਏ, ਤਾਂ ਉਹ ਵੀ ਰੇਟ ਘਟਾ ਕੇ ਉਹਨਾਂ ਦੇ ਵੀ 2000 ਵਧਾ ਦਿੱਤੇ। ਇਸੇ ਤਰ੍ਹਾਂ ਲੈਬੋਰਟਰੀਜ਼ ਰੇਟ ਵੀ ਜਿੱਦਾਂ ਅਸੀਂ ਬਿਲਕੁਲ ਸਸਤੇ ਰੇਟਾਂ ਦੇ ਕਰ ਰਹੇ ਹਾਂ, ਬਾਕੀ ਲੈਬੋਰਟਰੀਆਂ ਵੀ ਜਿਹੜੀਆਂ ਉਹ ਵੀ ਹੁਣ ਰੇਟ ਘਟਾ ਰਹੀਆਂ ਨੇ ਤਾਂ ਜੋ ਜਾਇਜ਼ ਜੇ ਪੈਸੇ ਲੈ ਜਾਣ, ਜਿਹੜਾ ਕਿ ਆਮ ਜਿਹੜਾ ਪੇਸ਼ੈਂਟ ਹੈ ਉਹ ਆਸਾਨੀ ਨਾਲ ਦੇ ਸਕੇ। ਥੈਂਕ ਯੂ ਸਰ। ਬਾਬਾ ਜੀ ਨਹੀਂ ਕਰ ਲਓ ਬਾਈ ਤੇ ਭਾਜੀ ਤੁਹਾਡਾ ਅੱਜ ਤਪਸਥਾਨ ਸ੍ਰੀ ਫਰੋਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਦੇ ਮੁਖੀ ਸਰਦਾਰ ਐਸਪੀ ਸਿੰਘ ਉਬਰਾਏ ਜੀ ਆਪਣੀ ਸਮੁੱਚੀ ਟੀਮ ਨਾਲ ਤਪਸਥਾਨ ਵਿਖੇ ਆਏ। ਇਹਨਾਂ ਨੂੰ ਸਾਡੇ ਨਗਰ ਵੱਲੋਂ, ਸਾਡੇ ਤਪਸਥਾਨ ਵੱਲੋਂ ਜੀ ਆਇਆਂ, ਮੋਸਟ ਵੈਲਕਮ। ਅੱਜ ਜਿਹੜੀ ਸੁਗਾਤ ਉਬਰਾਏ ਸਾਹਿਬ ਤੇ ਇਹਨਾਂ ਦੀ ਟੀਮ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ। ਇਹ ਨੀਮ ਪਹਾੜੀ ਇਲਾਕਾ ਹੈ, ਇੱਥੇ ਲੋਕ ਆਪਣੀ ਕਿਰਤ ਦਿਹਾੜੀ ਦੱਪਾ ਕਰਕੇ ਆਪਣੀ ਰੋਜੀ ਬਸਰ ਕਰਦੇ ਨੇ। ਸਿਹਤ ਸੇਵਾਵਾਂ ਦਾ ਇੱਥੇ ਮਾੜਾ ਹਾਲ ਹੈ। ਚਾਹੇ ਇੱਥੇ ਸਰਕਾਰ ਦੁਆਰਾ ਸਿਹਤ ਸੈਂਟਰ ਜਿਹੜੇ ਖੋਲ੍ਹੇ ਹੋਏ ਨੇ ਉਹ ਨਾ ਦੇ ਨੇ, ਉਹਨਾਂ ਦੇ ਵਿੱਚ ਸਟਾਫ ਨਹੀਂ ਹੈ ਜਾਂ ਤਾਂ ਉਹਨਾਂ 'ਚ ਮਸ਼ੀਨਰੀ ਨਹੀਂ ਹੈ। ਸੋ ਅੱਜ ਸਾਨੂੰ ਵੱਡੀ ਸੁਗਾਤ ਤਪਸਥਾਨ ਸ੍ਰੀ ਫਰੋਲਗੜ੍ਹ ਸਾਹਿਬ ਵਿਖੇ ਉਬਰਾਏ ਸਾਹਿਬ ਨੇ, ਸੰਨੀ ਉਬਰਾਏ ਜੋ ਕਲੀਨਿਕਲ ਲੈਬੋਰਟਰੀ ਹੈ, ਇਹ ਸਾਨੂੰ ਖੋਲ੍ਹ ਕੇ ਦਿੱਤੀ, ਅੱਜ ਕੰਮ ਕਰਦੀ ਹੈ। ਅੱਜ 66 ਮਰੀਜ਼ਾਂ ਨੇ ਇਸ ਤੋਂ ਫਾਇਦਾ ਉਠਾਇਆ। ਔਰ ਮੈਂ ਇਸ ਦੇ ਆਪ ਜੀ ਦੇ ਸੋਸ਼ਲ ਮੀਡੀਆ ਦੇ ਔਰ ਦੂਜੇ ਮਾਧਿਅਮ ਤੋਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਿੱਥੇ ਉਬਰਾਏ ਸਾਹਿਬ ਵਰਗੇ ਮੀਲ ਪੱਥਰ ਵਰਗੇ ਮਨੁੱਖ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਵਿੱਚ ਦੁਨੀਆ ਸੇਵਕ ਕਮਾਈ ਹੈ, ਤਾਂ ਦਰਗਾਹ ਵੈਸਣ ਪਾਈ ਉਹਨੂੰ ਇਨ ਬਿਨ ਆਪਣੇ ਪਿੰਡੇ 'ਤੇ ਲਾਗੂ ਕਰਕੇ
ਸੰਗਤ ਨੂੰ, ਆਵਾਮ ਨੂੰ ਬਿਨਾਂ ਭੇਦਭਾਵ ਤੋਂ ਇਹ ਸੁੱਖ ਆਰਾਮ ਮਨੁੱਖਤਾ ਨੂੰ ਪਹੁੰਚਾ ਰਹੇ ਨੇ। ਸੋ ਅਸੀਂ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਪਾਤਸ਼ਾਹ ਜਿਹੜੇ ਇਸ ਤਰ੍ਹਾਂ ਦੇ ਮੀਲ ਪੱਥਰ ਵਰਗੇ ਬਹਾਦਰ ਸੂਰਮੇ ਗੁਰਸਿੱਖ ਮਨੁੱਖਤਾ ਦੀ ਬਾਂਹ ਫੜਨ ਵਾਲੇ, ਇਹਨਾਂ ਦੀ ਚੜ੍ਹਦੀ ਕਲਾ ਕਰੀ, ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੀ, ਇਹਨਾਂ ਦੀ ਉਮਰ ਲੰਮੀ ਕਰੀ, ਤਾਂ ਕਿ ਇਹ ਹੋਰ ਵੱਧ ਤੋਂ ਵੱਧ ਸੇਵਾ ਦੇ ਮਾਰਗ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਸਕਣ। ਸੋ ਅੱਜ ਸਮੁੱਚੀ ਟੀਮ ਦੇ ਨਾਲ ਡਾਕਟਰ ਰਾਏ ਜੀ ਦੇ ਨਾਲ ਡਾਕਟਰ ਗਿੱਲ ਜੀ ਤੇ ਸ਼ਰਨਜੀਤ ਸਿੰਘ ਬੈਂਸ ਜੀ, ਇਹ ਸਾਰੀ ਜੋ ਟੀਮ ਆਈ ਹੈ, ਅਮਰਜੋਤ ਸਿੰਘ ਜੀ ਜਲੰਧਰੋਂ ਆਏ ਨੇ, ਜੰਡੀ ਸਾਹਿਬ ਆਏ ਨੇ, ਸਾਡੇ ਲਾਗਲੇ ਪਿੰਡ ਦੇ ਨੇ। ਸੋ ਜਿੰਨੀ ਟੀਮ ਆਈ ਹੈ, ਇਹਨਾਂ ਸਾਰਿਆਂ ਦਾ ਮੈਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਹਾਰਦਿਕ ਜੀ ਆਇਆਂ ਤੇ ਧੰਨਵਾਦ ਕਰਦਾ ਅਤੇ ਕਾਮਨਾ ਕਰਦਾ ਕਿ ਸੰਗਤਾਂ ਇਸ ਕਲੀਨਿਕ ਲੈਬੋਰੇਟਰੀ ਤੋਂ ਆਪਣੇ ਖੂਨ ਦੀ ਜਾਂਚ ਨਾ ਮਾਤਰ 10-20 ਰੁਪਏ ਲੈ ਕੇ ਖੂਨ ਟੈਸਟ ਹੋ ਰਿਹਾ, ਜਿੱਥੇ ਸੈਂਕੜੇ ਹਜ਼ਾਰਾਂ ਰੁਪਏ ਲੱਗਦੇ, ਉੱਥੇ ਹਜ਼ਾਰਾਂ ਨਹੀਂ ਲੱਗਣਗੇ। ਹੁਣ 10-20 ਰੁਪਏ ਨਾਲ ਕਿਤੇ ਦਿਹਾੜੀਦਾਰ ਬੰਦਾ ਵੀ ਆਪਣੇ ਬੱਚੇ ਦਾ, ਆਪਣੀ ਘਰਵਾਲੀ ਦਾ, ਮਾਂ ਦਾ, ਬਾਪ ਦਾ, ਸਭ ਦਾ ਜਿਹੜਾ ਹੈ ਟੈਸਟ ਹੈ, ਉਹ ਬੜੀ ਹਿਚਕਚਾਹਟ ਤੋਂ ਬਿਨਾਂ ਖਰਾਲਗੜ੍ਹ ਸਾਹਿਬ ਆਓ ਔਰ ਟੈਸਟ ਕਰਾਓ। ਲੰਗਰ ਪਾਣੀ ਇੱਥੇ ਚੱਲਦੇ ਨੇ, ਲੰਗਰ ਵੀ ਛਕੋ, ਟੈਸਟ ਵੀ ਕਰਾਓ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਸਰਬੱਤ ਦੇ ਭਲੇ ਦਾ, ਜਿਨ੍ਹਾਂ ਨੇ ਸੁਗਾਤ ਬਖਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ ਕਿੰਨੇ ਕੁ ਪਿੰਡਾਂ ਨੂੰ ਇਹਦਾ ਬੈਨੀਫਿਟ ਹੋਏਗਾ? ਦੇਖੋ ਸਾਡੇ 20 ਚ ਪਿੰਡ ਹੈ ਜੀ, ਲਗਭਗ 29 ਪਿੰਡ। ਮੈਂ ਸਮਝਦਾ ਕਿ 29 ਪਿੰਡ ਖਰਾਲਗੜ੍ਹ ਸਾਹਿਬ ਦੇ ਨਾਲ ਇੱਕ ਚੌਕ ਹੁੰਦਾ ਸਰਾਊਂਡਿੰਗ ਏਰੀਆ, 29 ਪਿੰਡ ਵਸਦੇ। ਇਹ 29 ਪਿੰਡਾਂ ਨੂੰ ਫਾਇਦਾ ਹੈ। 29 ਪੰਜਾਬ ਦੇ 20 ਇਲਾਕਾ, ਇਹਦੇ ਵਿੱਚ 29 ਪਿੰਡ ਹੈ ਔਰ ਨਾਲ ਹਿਮਾਚਲ ਲੱਗਦਾ, ਹਿਮਾਚਲ ਦੇ ਵੀ ਆ ਸਕਦੇ। 4 ਕਿਲੋਮੀਟਰ ਇੱਥੋਂ ਹਿਮਾਚਲ ਹੈ। ਔਰ ਦੂਜੀ ਗੱਲ, ਇਕੱਲਾ ਹੀ ਇਹ ਇੱਥੇ 29 ਪਿੰਡਾਂ ਦੀ ਗੱਲ ਨਹੀਂ ਹੈ। ਇਸ ਸਥਾਨ ਤੇ ਯੂਪੀ, ਬਿਹਾਰ, ਹਰਿਆਣਾ, J&K, ਪੰਜਾਬ, ਹਿਮਾਚਲ ਪ੍ਰਦੇਸ਼ ਦੀਆਂ ਸੰਗਤਾਂ ਦੀ ਆਮਦ ਹੁੰਦੀ ਹੈ। ਔਰ ਜਦੋਂ ਇੱਥੇ ਸੰਗਤ ਆਏਗੀ, ਲੈਬੋਰੇਟਰੀ ਹੋਏਗੀ, ਚਾਹੇ ਯੂਪੀ ਜਾ ਕੇ ਟੈਸਟ ਕਰਾ ਲਵੇ, ਚਾਹੇ ਬਿਹਾਰ ਤੋਂ ਕੋਈ ਸੰਗਤ ਆ ਕੇ ਲਾਹਾ ਲੈ ਲਵੇ। ਸੋ ਇਹ ਤਾਂ ਬੜੇ ਲਾਹੇ ਦੀ ਗੱਲ ਹੈ। ਇੱਥੇ ਮੈਂ ਸਮਝਦਾ ਕਿ ਪੂਰਾ ਪੰਜਾਬ ਲਾਹਾ ਲਏਗਾ, 29 ਪਿੰਡਾਂ ਦੀ ਗੱਲ ਹੈ। ਥੈਂਕ ਯੂ। ਬੜਾ ਧੰਨਵਾਦ ਆਪ ਜੀ ਦਾ ਜੀ। ਸਾਰੇ ਸਰਪੰਚ ਸਾਹਿਬ ਜੀ। ठीक है सर, होगी। ਚਲੋ